ਵੈਲਕਮ ਟੂ ਅਮਰੀ ਸੀਨੀਅਰ ਸੈਕੰਡਰੀ ਸਕੂਲ +2 ਕਲਾਸ। ਅੱਜ ਅਸੀਂ ਪਾਰਟ ਬੀ ਆਪਣੀ ਸੈਕਿੰਡ ਬੁੱਕ ਇੰਡੀਅਨ ਇਕਨੋਮਿਕ ਡਿਵੈਲਪਮੈਂਟ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦਾ ਚੈਪਟਰ ਨੇਮ ਹੈ ਸਟੇਟ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ। ਆਜ਼ਾਦੀ ਦੇ ਸਮੇਂ ਸਾਡੀ ਇੰਡੀਅਨ ਇਕੋਨਮੀ ਦੇ ਕੀ ਹਾਲਾਤ ਸੀ। ਠੀਕ ਹੈ, ਸੋ ਇਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਪੜ੍ਹਾਂਗੇ ਇੰਡੀਅਨ ਇਕੋਨਮੀ ਦੇ ਹਾਲਾਤ ਕੀ ਸੀ। ਇੰਟਰੋਡਕਸ਼ਨ 'ਚ ਕਿ ਸਾਡੇ ਦੇਸ਼ ਦੇ ਵਿੱਚ ਉਸ ਟਾਈਮ 'ਤੇ ਆਜ਼ਾਦੀ ਆਈ ਸੀ 1947 ਦੇ ਵਿੱਚ, ਜੋ ਕਿ ਉਸ ਸਮੇਂ ਦੇਸ਼ ਕੀ ਸੀ, ਪਿਛੜਿਆ ਹੋਇਆ ਸੀ ਬਹੁਤ ਜ਼ਿਆਦਾ। ਹਰ ਇੱਕ ਸੈਕਟਰ ਦੇ ਵਿੱਚ ਕੀ ਸੀ, ਬੈਕਵਰਡਨੈਸ ਸੀ। ਚਾਹੇ ਉਹ ਤੁਸੀਂ ਐਗਰੀਕਲਚਰ ਸੈਕਟਰ ਦੇਖ ਲਓ, ਚਾਹੇ ਇੰਡਸਟਰੀਅਲ ਦੇਖ ਲਓ, ਚਾਹੇ ਆਪਣੇ ਦੇਸ਼ ਦਾ ਇਨਫਰਾਸਟ੍ਰਕਚਰ ਦੇਖ ਲਓ, ਇਹ ਸਾਰਾ ਕੁਝ ਕੀ ਸੀ, ਪਿਛੜਿਆ ਹੋਇਆ ਸੀ। ਠੀਕ ਹੈ, ਸੋ ਇੱਥੇ ਕੀ ਸੀ, ਇਕੋਨਮੀ ਜਿਹੜੀ ਉਹਦੀ ਡਿਵੈਲਪਮੈਂਟ ਉਹਦਾ ਲੈਵਲ ਕੀ ਸੀ, ਲੋ ਸੀ। ਸੋ ਉਹਦੇ ਵਿੱਚ ਰੂਲ ਕਿਹੜਾ ਚੱਲਦਾ ਪਿਆ ਸੀ, ਕਲੋਨੀਅਲ ਰੂਲ। ਕਲੋਨੀਅਲ ਰੂਲ ਦਾ ਮਤਲਬ ਬਸਤੀਵਾਦੀ, ਜਿਹਦੇ ਵਿੱਚ ਅੰਗਰੇਜ਼ਾਂ ਨੇ ਕੀ ਕੀਤਾ ਸੀ ਕਿ ਸਾਡੇ ਦੇਸ਼ ਤੋਂ ਰॉ ਮਟੀਰੀਅਲ ਖਰੀਦ ਕੇ ਉਹ ਕੀ ਕਰਦੇ ਸੀ, ਆਪਣੇ ਦੇਸ਼ ਵਿੱਚ ਜਾ ਕੇ ਉਹਦੇ ਫਿਨਿਸ਼ ਪ੍ਰੋਡਕਟ ਬਣਾਉਂਦੇ ਸੀ। ਠੀਕ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਤੁਹਾਨੂੰ ਦਿੱਤਾ ਜਾਂਦਾ ਸੀ ਕੰਜ਼ਿਊਮ ਕਰਨ ਲਈ। ਸੋ ਇਹ ਸੀ ਕਿ ਲੋ ਲੈਵਲ ਆਫ ਇਕਨੋਮਿਕ ਡਿਵੈਲਪਮੈਂਟ। ਸੋ ਕਾਰਨ ਕੀ ਸੀ ਇਕੋਨਮੀ ਦਾ ਅੰਡਰ ਡਿਵੈਲਪ ਹੋਣ ਦਾ, ਕਿ ਇੱਥੇ ਕਲੋਨੀਅਲ ਰੂਲ ਚੱਲਦਾ ਸੀ। ਕਲੋਨੀਅਲ ਰੂਲ ਦਾ ਮਤਲਬ ਕਿ ਸਾਡੇ ਦੇਸ਼ ਤੋਂ ਰॉ ਮਟੀਰੀਅਲ ਖਰੀਦ ਕੇ ਉਹ ਅੱਗੇ ਫਰਦਰ ਆਪਣੇ ਦੇਸ਼ ਵਿੱਚ ਜਾ ਕੇ ਉਹਦੇ ਫਾਈਨਲ ਪ੍ਰੋਡਕਟ ਤਿਆਰ ਕਰਦੇ ਸੀ। ਠੀਕ ਹੈ, ਸੋ ਇਹ ਸਾਡੇ ਕੋਲ ਹੋ ਗਿਆ ਕਿ ਕਲੋਨੀਅਲ ਰੂਲ ਦੇ ਅੰਡਰ ਡਿਵੈਲਪਮੈਂਟ ਕੀ ਹੋਏਗੀ। ਸੋ ਉਸ ਤੋਂ ਬਾਅਦ ਅਸੀਂ ਕਰਾਂਗੇ ਕਿ ਇਹ 4 ਭਾਗਾਂ ਦੇ ਵਿੱਚ ਵੰਡਿਆ ਗਿਆ ਕਿ ਡਿਵੈਲਪਮੈਂਟ ਦੀ ਸਟੇਟਸ ਕੀ ਸੀ, ਵੱਖਰੇ ਵੱਖਰੇ ਸੈਕਟਰ ਦੀ। ਸਭ ਤੋਂ ਪਹਿਲੇ ਸਾਡੇ ਕੋਲ ਆਏਗੀ ਐਗਰੀਕਲਚਰ ਸੈਕਟਰ ਦੀ। ਸੋ ਪੈਰਾਮੀਟਰਸ ਅਸੀਂ ਲਵਾਂਗੇ एग्रीकल्चर, इंडस्ट्री, फॉरेन ट्रेड, डेमोग्राफिक, इंफ्रास्ट्रक्चर। सो ਇਹਦੇ ਵਿੱਚ ਅਸੀਂ ਪੈਰਾਮੀਟਰ ਸਾਡੇ ਨੇ ਵੱਖਰੀ ਵੱਖਰੀਆਂ ਸਟੇਟਸ ਦੇ ਹਾਲਾਤ ਦਿੰਦੇ ਪਏ ਨੇ ਕਿ ਐਗਰੀਕਲਚਰ ਸੈਕਟਰ ਦੇ ਕੀ ਹਾਲਾਤ ਸੀ, ਇੰਡਸਟਰੀ ਦੇ ਕੀ ਸੀ, ਫੋਰਨ ਟ੍ਰੇਡ ਕਿਸ ਤਰ੍ਹਾਂ ਸੀ, ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਕਿੱਦਾਂ ਸੀ, ਸਾਡਾ ਇਨਫਰਾਸਟ੍ਰਕਚਰ ਕਿੱਦਾਂ ਸੀ। ਠੀਕ ਹੈ, ਸੋ ਇਹਦੇ ਵਿੱਚ 3 ਸਾਡੇ ਕੋਲ ਮੇਨ ਆਣਗੇ, ਇੰਡਸਟਰੀ, ਐਗਰੀਕਲਚਰ ਤੇ ਇਨਫਰਾਸਟ੍ਰਕਚਰ। ਸੋ ਐਗਰੀਕਲਚਰ ਸੈਕਟਰ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਕੀ ਹਾਲਾਤ ਸੀ। ਉਹਦੇ ਵਿੱਚ ਸਾਡੇ ਕੋਲ ਜਿਹੜੀ ਸੀ ਸਾਡੀ ਇਕੋਨਮੀ ਸੀ, ਅੰਡਰ ਡਿਵੈਲਪਡ ਇਕੋਨਮੀ ਸੀ। ਠੀਕ ਹੈ, ਜਿਹਨੂੰ ਕਿ ਅਸੀਂ ਕਹਿ ਸਕਦੇ ਹਾਂ ਡੋਮੀਨੈਂਟ, ਬੈਕਵਰਡ ਤੇ ਸਟੈਗਨੈਂਟ। ਸਟੈਗਨੈਂਟ ਮਤਲਬ ਜਿਹੜੀ ਕਿ ਇੱਕ ਜਗ੍ਹਾ ਖੜੀ ਹੋਈ ਹੈ, ਜਿਹਦੇ ਵਿੱਚ ਕੋਈ ਗਰੋਥ ਨਹੀਂ ਹੋ ਰਹੀ ਹੈ, ਡੈਟ ਇਜ਼ ਅ ਸਟੈਗਨੈਂਟ ਇਕੋਨਮੀ। ਠੀਕ ਹੈ, ਸੋ ਐਗਰੀਕਲਚਰ ਸੈਕਟਰ 'ਚ 85% ਜਿਹੜੀ ਸਾਡੀ ਕੰਟਰੀ ਦੀ ਪੋਪੂਲੇਸ਼ਨ ਸੀ ਉਹ ਸਾਰੀ ਕਿਤੇ ਸਰਵਾਈਵ ਕਰਦੀ ਪਈ ਸੀ, ਐਗਰੀਕਲਚਰ 'ਤੇ। ਠੀਕ ਹੈ, ਸੋ ਉਹਦੇ ਵਿੱਚ ਕੀ ਸੀ, ਇਹਦੀਆਂ ਫੀਚਰਸ ਹਾਈਲਾਈਟਸ ਆਪਾਂ ਕਰੀਏ ਤੇ ਆਪਾਂ ਕੀ ਕਰਾਂਗੇ, ਪ੍ਰੋਡਕਟੀਵਿਟੀ ਲੋ ਸੀ ਇੱਥੋਂ ਦੀ। ਪ੍ਰੋਡਕਟੀਵਿਟੀ ਲੋ ਹੋਣ ਦਾ ਕਾਰਨ ਇੱਕ ਤਾਂ ਸਾਡੇ ਕੋਲ ਟੈਕਨੋਲੋਜੀ ਨਹੀਂ ਸੀ, ਦੂਸਰੇ ਨੰਬਰ ਤੇ ਇਰੀਗੇਸ਼ਨ ਫੈਸਿਲਿਟੀ ਨਹੀਂ ਸੀ। ਠੀਕ ਹੈ, ਸੈਕਿੰਡ ਕਨਫਲਿਕਟ ਬਿਟਵੀਨ ਓਨਰਸ ਐਂਡ ਦ ਟਿਲਰ ਆਫ ਸੋਇਲ, ਕਿ ਟਿਲਰ ਆਫ ਸੋਇਲ ਤੇ ਓਨਰ ਦੇ ਵਿੱਚ ਕੀ ਸੀ, ਕਨਫਲਿਕਸ਼ਨ ਪਾਈ ਜਾਂਦੀ ਸੀ। ਠੀਕ ਹੈ, ਟਿਲਰ ਆਫ ਸੋਇਲ ਨੂੰ ਐਕਸਪਲੋਇਟ ਕੀਤਾ ਜਾਂਦਾ ਸੀ। ਓਨਰਸ ਕੌਣ ਸੀ ਹੁੰਦੇ ਸੀ, ਜਿਹੜੇ ਕਿ ਜ਼ਮੀਨ ਦੇ ਮਾਲਕ ਹੁੰਦੇ ਆ, ਉਹ ਆਪਣੀ ਜ਼ਮੀਨ ਅੱਗੇ ਰੈਂਟ ਤੇ ਦੇ ਦਿੰਦੇ ਸੀ ਟਿਲਰ ਆਫ ਸੋਇਲ ਜਿਨ੍ਹਾਂ ਨੇ ਫਸਲ ਉਗਾਣੀ ਹੈ। ਠੀਕ ਹੈ, ਨੈਕਸਟ ਲੈਕ ਆਫ ਮੀਨਸ ਆਫ ਇਰੀਗੇਸ਼ਨ, ਸਾਡੇ ਕੋਲ ਇਰੀਗੇਸ਼ਨ ਦੀਆਂ ਫੈਸਿਲਿਟੀਜ਼ ਨਹੀਂ ਸੀ। ਠੀਕ ਹੈ, ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਦੇ ਵਾਸਤੇ ਉਹਦੇ ਕੁਝ ਨਹੀਂ ਕੀਤਾ ਉਹਨੇ, ਨਾ ਕੋਈ ਕਨਾਲਸ ਡਿਵੈਲਪ ਕੀਤੀਆਂ, ਨਾ ਕੋਈ ਵੈਲਸ ਬਣਾਏ। ਸੋ ਐਗਰੀਕਲਚਰ ਦੇ ਅਸੀਂ ਹਾਲਾਤ ਕਰਦੇ ਪਏ ਹਾਂ ਕਿ ਐਗਰੀਕਲਚਰ 'ਚ ਹਰ ਇੱਕ ਚੀਜ਼ ਜਿਹੜੀ ਸੀ ਪਿਛੜੀ ਹੋਈ ਸੀ ਇਹਦੇ ਵਿੱਚ। ਫਿਰ ਉਸ ਤੋਂ ਬਾਅਦ ਆਪਾਂ 4th ਪੁਆਇੰਟ ਕਰਾਂਗੇ ਲੈਂਡ ਆਫ ਸਬ ਡਿਵੀਜ਼ਨ ਆਫ ਲੈਂਡ ਹੋਲਡਿੰਗਸ, ਕਿ ਜਿਹੜੇ ਲੈਂਡ ਹੋਲਡਿੰਗ ਸੀ ਸਾਡੀਆਂ ਉਹਨੂੰ ਸਬ ਡਿਵਾਈਡ ਕੀਤਾ ਗਿਆ ਸੀ, ਉਹਨੂੰ ਫਰੈਗਮੈਂਟੇਸ਼ਨ ਕੀਤੀ ਗਈ ਸੀ ਉਹਦੀ। ਠੀਕ ਹੈ, ਜਿਸ ਕਾਰਨ ਕਿ ਇੱਕ ਤਾਂ ਸਾਨੂੰ ਕੀ ਘਾਟ ਹੋਈ ਕਿ ਜਦੋਂ ਪਾਰਟੀਸ਼ਨ ਹੋਈ ਉਦੋਂ ਪਾਕਿਸਤਾਨ ਤੇ ਇੰਡੀਆ ਜਿਹੜੀ ਹੈ ਵੰਡ ਕਰ ਦਿੱਤੀ ਗਈ, ਜਿਹਦੇ ਕਾਰਨ ਕੀ ਹੈ, ਹਾਈਲੀ ਫਰਟਾਈਲ ਜਿਹੜੀ ਜ਼ਮੀਨ ਸੀ ਉਹ ਪਾਕਿਸਤਾਨ ਵਿੱਚ ਰਹਿ ਗਈ ਤੇ ਲੋ ਫਰਟਾਈਲ ਜਿਹੜੀ ਹੈ ਇੰਡੀਆ ਦੇ ਵਿੱਚ ਆ ਗਈ, ਜਿਹਦੇ ਕਾਰਨ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਬੈਕਵਰਡਨੈਸ ਸੀ। ਇਹ ਹਾਲਾਤ ਹੋ ਗਏ ਐਗਰੀਕਲਚਰ ਦੇ। ਹੁਣ ਜੇ ਅਸੀਂ ਇਹਦੇ ਬਾਰੇ ਗੱਲ ਕਰੀਏ ਕਿ ਇਹਦੇ ਕਾਰਨ ਕੀ ਹੈ, ਬੈਕਵਰਡਨੈਸ ਹੋਣ ਦੇ ਕਾਰਨ ਕੀ ਹੈ, ਸੋ ਇਹਦੇ ਵਿੱਚ ਅਸੀਂ ਬੈਕਵਰਡਨੈਸ ਦੇ ਕਾਰਨ ਵੇਖਾਂਗੇ। ਕਾਰਨ ਦੇ ਵਿੱਚ ਆਏਗਾ ਕਿ ਇੱਕ ਸਾਡਾ ਲੈਂਡ ਰੈਵਨਿਊ ਸਿਸਟਮ,
लैंड रेवन्यू सिस्टम जो है वो सही नहीं है कि इत्थे ਜ਼ਿਮੀਂਦਾਰ ਜਿਹੜੇ ਆ ਉਹ ਛੋਟੇ ਕਿਸਾਨਾਂ ਨੂੰ ਕੀ ਕਰਦੇ ਆ ਐਕਸਪਲੋਇਟ ਕਰਦੇ ਆ। ਜ਼ਿਮੀਂਦਾਰ ਕੀ ਹੁੰਦੇ ਸੀ ਇੰਡੀਪੈਂਡੈਂਸ ਦੇ ਸਮੇਂ ਉਹਨਾਂ ਨੂੰ ਇੱਕ ਫਿਕਸ ਉਹਨਾਂ ਨੇ ਲਗਾਨ ਫਿਕਸ ਕੀਤਾ ਹੁੰਦਾ ਸੀ ਜਿਹੜੇ ਕਿ ਫਾਰਮਰਸ ਕੋਲੋਂ ਪੇ ਕਰਦੇ ਸੀ। ਫਾਰਮਰ ਕੋਲੋਂ ਲਗਾਨ ਲੈ ਕੇ ਉਹ ਕੀ ਹੈ ਬ੍ਰਿਟਿਸ਼ ਗਵਰਨਮੈਂਟ ਨੂੰ ਅੱਗੋਂ ਉਹਦਾ ਬਣਦਾ ਹਿੱਸਾ ਦੇ ਦਿੰਦੇ ਸੀ। ਆਪਣੇ ਹਿਸਾਬ ਨਾਲ ਉਹਨਾਂ ਨੇ ਜਿੰਨਾ ਮਰਜ਼ੀ ਉਹਨਾਂ ਕੋਲੋਂ ਰੈਂਟ ਪੇ ਕਰ ਲੈਂਦੇ ਸੀ। ਠੀਕ ਹੈ। ਸੋ ਪਰਮਾਨੈਂਟ ਜਿਹੜਾ ਓਨਰ ਆਫ ਦਾ ਲੈਂਡ ਉਹ ਕੌਣ ਹੁੰਦਾ ਹੈ ਜ਼ਿਮੀਂਦਾਰ। ਸੈਕਿੰਡ ਕਮਰਸ਼ੀਅਲਾਈਜੇਸ਼ਨ ਆਫ ਐਗਰੀਕਲਚਰ। ਹੁਣ ਕਾਰਨ ਬੈਕਵਰਡਨੈਸ ਦੇ ਅਸੀਂ ਕਰਦੇ ਪਏ ਹਾਂ। ਕਮਰਸ਼ੀਅਲਾਈਜੇਸ਼ਨ ਹੋ ਗਿਆ ਸੀ ਐਗਰੀਕਲਚਰ ਸੈਕਟਰ ਦਾ। ਸੋ ਐਗਰੀਕਲਚਰ ਸੈਕਟਰ ਕਮਰਸ਼ੀਅਲਾਈਜੇਸ਼ਨ ਮਤਲਬ ਇਹਦੇ ਵਿੱਚ ਅਸੀਂ ਇੰਡੀਗੋ, ਕਾਟਨ, ਸੋ ਇਹ ਸੀਡਸ ਜਦੋਂ ਅਸੀਂ ਉਗਾਵਾਂਗੇ ਡੈਟ ਇਜ਼ ਅ ਕਮਰਸ਼ੀਅਲਾਈਜੇਸ਼ਨ, ਜਿਹਨੂੰ ਕਹਿੰਦੇ ਆ ਵਪਾਰ ਜਿਹੜਾ ਸਾਡਾ ਇਹਨਾਂ ਚੀਜ਼ਾਂ ਤੇ ਜ਼ਿਆਦਾ ਹੋ ਗਿਆ, ਜਿਹਦੇ ਵਿੱਚ ਕਹਿੰਦਾ ਕਿ ਰॉ ਮਟੀਰੀਅਲ ਬ੍ਰਿਟਿਸ਼ ਕੀ ਕਰਦੇ ਸੀ ਇੱਥੋਂ ਰॉ ਮਟੀਰੀਅਲ ਸਾਡੇ ਕੋਲ ਖਰੀਦਦੇ ਸੀ ਲੋ ਪ੍ਰਾਈਸ ਤੇ। ਠੀਕ ਹੈ। ਇੰਡੀਗੋ ਵਗੈਰਾ ਦਾ ਸਾਡੇ ਕੋਲੋਂ ਜਿਹੜੀ ਪਰਚੇਜ਼ ਕਰ ਲੈਂਦੇ ਸੀ ਲੋ ਪ੍ਰਾਈਸ ਤੇ, ਤੇ ਬਾਅਦ 'ਚ ਸਾਨੂੰ ਫਿਨਿਸ਼ ਪ੍ਰੋਡਕਟ ਇਹਦੇ ਤੋਂ ਪ੍ਰਾਪਤ ਹੁੰਦੇ ਸੀ ਜਿਹੜੇ ਕਿ ਹਾਈ ਰੇਟ ਤੇ ਹੁੰਦੇ ਸੀ। ਥਰਡ ਇੰਪੈਕਟ ਆਫ ਪਾਰਟੀਸ਼ਨ ਔਨ ਐਗਰੀਕਲਚਰ, ਜੋ ਕਿ ਮੈਂ ਪਹਿਲੇ ਸਮਝਾਇਆ ਕਿ ਪਾਰਟੀਸ਼ਨ ਦਾ ਸਾਡੇ ਐਗਰੀਕਲਚਰ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਕਿ ਪਾਕਿਸਤਾਨ ਦੇ ਵਿੱਚ ਸਾਡੇ ਕੋਲ ਹਾਈਲੀ ਇਰੀਗੇਟਡ ਜਿੱਥੇ ਜ਼ਿਆਦਾ ਫੈਸਿਲਿਟੀ ਸੀ ਜਾਂ ਮਿੱਟੀ ਦੀ ਉਤਪਾਦਨ ਸ਼ਕਤੀ ਜਿੱਥੇ ਜ਼ਿਆਦਾ ਸੀ ਉਹ ਜਿਹੜੀ ਲੈਂਡ ਕਿੱਥੇ ਰਹਿ ਗਈ ਪਾਕਿਸਤਾਨ ਦੇ ਵਿੱਚ, ਤੇ ਜਿਹੜੀ ਲੋ ਫਰਟਾਈਲ ਜ਼ਮੀਨ ਸੀ ਉਹ ਸਾਡੇ ਕੋਲ ਰਹਿ ਗਈ ਇੰਡੀਆ ਦੇ ਵਿੱਚ। ਸੋ ਇਹ ਵੀ ਇੱਕ ਕਾਰਨ ਹੈ ਐਗਰੀਕਲਚਰ ਦਾ ਪਾਰਟੀਸ਼ਨ ਤੇ ਉਹਦਾ ਬੈਕਵਰਡ ਹੋਣ ਦਾ। ਫੋਰਥ ਲੋ ਇਨਵੈਸਟਮੈਂਟ ਇਨ ਐਗਰੀਕਲਚਰ। ਸੋ ਐਗਰੀਕਲਚਰ ਜਿਹੜਾ ਸੈਕਟਰ ਸਾਡਾ ਉੱਥੇ ਇਨਵੈਸਟਮੈਂਟ ਘੱਟ ਹੈ ਕਿ ਇਨਵੈਸਟਰਸ ਜਿਹੜੇ ਨੇ ਹਮੇਸ਼ਾ ਜਿਹੜੇ ਹੈ ਇੰਡਸਟਰੀ ਦੇ ਵਿੱਚ ਕਰਦੇ ਨੇ ਉਹ ਐਗਰੀਕਲਚਰ ਸੈਕਟਰ 'ਚ ਇਨਵੈਸਟਮੈਂਟ ਘੱਟ ਕਰਦੇ ਨੇ ਕਿਉਂਕਿ ਇੱਥੇ ਟੈਕਨੋਲੋਜੀ ਦੀ ਇੰਪਰੂਵਮੈਂਟ ਨਹੀਂ ਹੈ। ਠੀਕ ਹੈ। ਨੈਕਸਟ ਸਾਡੇ ਕੋਲ ਸਟੇਟ ਆ ਗਈ ਇੰਡਸਟਰੀ ਦੀ। ਇੰਡਸਟਰੀ ਦੇ ਕੀ ਹਾਲਾਤ ਸੀ, ਜਿਸ ਤਰ੍ਹਾਂ ਐਗਰੀਕਲਚਰ ਸੈਕਟਰ ਸੀ ਉਸੇ ਤਰ੍ਹਾਂ ਇੰਡਸਟਰੀਅਲ ਸੈਕਟਰ ਸੀ, ਇਹ ਵੀ ਬੈਕਵਰਡ ਸੀ, ਸਟੈਗਨੈਂਟ ਸੀ, ਗਰੋਥ ਜਿਹੜੀ ਹੋ ਰਹੀ ਸੀ ਉਹਦਾ ਪਤਾ ਵੀ ਨਹੀਂ ਚੱਲਦਾ ਪਿਆ, ਸਲੋ ਗਰੋਥ ਰੇਟ ਜਿਹਨੂੰ ਅਸੀਂ ਕਹਿ ਸਕਦੇ ਹਾਂ। ਠੀਕ ਹੈ। ਸੋ ਇਹਦੇ ਵਿੱਚ ਜਿਹੜੇ ਹੈ ਬ੍ਰਿਟਿਸ਼ ਸੀ ਉਹਨਾਂ ਨੇ ਪਾਲਿਸੀ ਅਪਣਾਈ ਸੀ ਸਿਸਟੇਮੈਟਿਕ ਡੀਸੈਂਟਰਲਾਈਜੇਸ਼ਨ। ਠੀਕ ਹੈ। ਇਹਦੇ ਅੰਡਰ ਸਾਡੇ ਕੋਲ ਦੋ ਪਾਲਿਸੀਜ਼ ਆਉਂਦੀਆਂ ਨੇ। ਇੱਕ ਤੇ ਇਹਨੇ ਕੀ ਕੀਤਾ ਡਿਕੇ ਆਫ ਇੰਡੀਜੀਨੀਅਸ ਹੈਂਡੀਕ੍ਰਾਫਟ ਦਾ। ਇਹ ਪਾਲਿਸੀ ਦੇ ਅੰਡਰ ਸਾਡੇ ਕੋਲ ਕੀ ਆਉਂਦਾ ਹੈ ਕਿ ਇੰਡੀਜੀਨੀਅਸ ਹੈਂਡੀਕ੍ਰਾਫਟ ਹੱਥ ਨਾਲ ਬਣੀਆਂ ਵਸਤੂਆਂ ਦਾ ਉਹਨਾਂ ਨੇ ਕੀ ਕਰਤਾ ਪਤਨ ਕਰਵਾ ਦਿੱਤਾ। ਇਹੋ ਜਿਹੀਆਂ ਪਾਲਿਸੀਜ਼ ਅਪਣਾ ਦਿੱਤੀਆਂ ਕਿ ਜਿਹੜੇ ਸਾਡੇ ਦੇਸ਼ ਦੇ ਕਾਰੀਗਰ ਹੈਗੇ ਸੀ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਦੂਸਰੇ ਨੰਬਰ ਤੇ ਜਿਹੜੀ ਸਾਡੀ ਮਾਡਰਨ ਇੰਡਸਟਰੀ ਸੀ ਉਹਦੀ ਗਰੋਥ ਰੇਟ ਕੀ ਸੀ ਸਲੋ ਸੀ। ਠੀਕ ਹੈ। ਸੋ ਡਿਕੇ ਆਫ ਇੰਡੀਜੀਨੀਅਸ ਦੇ ਵਿੱਚ ਅਸੀਂ ਦੱਸਾਂਗੇ ਕਿ ਇੱਕ ਟੈਰਿਫ ਪਾਲਿਸੀ ਇਹੋ ਜਿਹੀ ਅਪਣਾਈ ਗਈ ਜਿਹਦੇ ਵਿੱਚ ਕੀ ਹੋਇਆ ਕਿ ਡਿਸਕ੍ਰਿਮੀਨੇਸ਼ਨ ਸੀ, ਅੰਤਰ ਸੀ। ਇੱਕ ਉਹ ਸਾਡੇ ਕੋਲੋਂ ਘੱਟ ਰੇਟ ਤੇ ਚੀਜ਼ ਖਰੀਦ ਲੈਂਦੇ ਸੀ, ਉਸ ਤੋਂ ਬਾਅਦ ਉਹਨਾਂ ਨੇ ਇੰਪੋਰਟ ਵੀ ਕਰਤਾ ਟੈਰਿਫ ਫ੍ਰੀ ਕਿ ਕੋਈ ਟੈਕਸ ਨਹੀਂ ਪੇ ਕਰਨਾ ਪਏਗਾ, ਜਿਹਦੇ ਕਾਰਨ ਕੀ ਸੀ ਅਸੀਂ ਇੰਪੋਰਟ ਸਸਤੇ ਰੇਟ ਤੇ ਖਰੀਦ ਸਕਦੇ ਸੀ ਤੇ ਸਾਡੇ ਆਪਣੇ ਇੱਥੋਂ ਦੇ ਕਾਰੀਗਰ ਜੋ ਚੀਜ਼ਾਂ ਬਣਾ ਰਹੇ ਸੀ ਉਹਨਾਂ ਦੀਆਂ ਚੀਜ਼ਾਂ ਨੂੰ ਕੋਈ ਖਰੀਦ ਨਹੀਂ ਰਿਹਾ ਸੀ, ਅਸੀਂ ਇੰਪੋਰਟੈਂਟ ਗੁੱਡਸ ਨੂੰ ਖਰੀਦਣਾ ਪਸੰਦ ਕਰਦੇ ਪਏ ਸੀ। ਇਹ ਇਸ ਪਾਲਿਸੀ ਦੇ ਅੰਡਰ ਆਉਂਦਾ। ਠੀਕ ਹੈ। ਕੰਪੀਟੀਸ਼ਨ ਫਰੋਮ ਮਸ਼ੀਨ ਮੇਡ ਗੁੱਡਸ। ਹੁਣ ਮਸ਼ੀਨ ਮੇਡ ਗੁੱਡਸ ਤੁਹਾਨੂੰ ਪਤਾ ਹੈ ਹੱਥ ਨਾਲ ਬਣੀਆਂ ਵਸਤੂਆਂ ਕੀ ਹੁੰਦੀਆਂ ਨੇ, ਇੱਕ ਤਾਂ ਮਹਿੰਗੀਆਂ ਹੁੰਦੀਆਂ ਨੇ, ਦੂਸਰੇ ਨੰਬਰ ਤੇ ਉਹਦੇ ਵਿੱਚ ਕੋਈ ਨਾ ਕੋਈ ਮਿਸਟੇਕ ਰਹਿ ਜਾਂਦੀ ਹੈ। ਸੋ ਜਿਹੜੀਆਂ ਮਸ਼ੀਨ ਮੇਡ ਗੁੱਡਸ ਨੇ ਇੱਕ ਤੇ ਉਹਨਾਂ ਦੀ ਉਹ ਕੰਪੀਟ ਨਹੀਂ ਕਰ ਸਕਦੀਆਂ ਹੈਂਡਮੇਡ ਗੁੱਡਸ ਨੂੰ, ਉਹਨਾਂ ਦਾ ਪ੍ਰਾਈਸ ਲੋ ਹੁੰਦਾ, ਦੂਸਰੇ ਨੰਬਰ ਤੇ ਉਹ ਬੈਟਰ ਹੁੰਦੀਆਂ ਨੇ ਇੰਡੀਅਨ ਪ੍ਰੋਡਕਟਸ ਤੋਂ। ਠੀਕ ਹੈ। ਥਰਡ ਚੇਂਜ ਇਨ ਦਾ ਟੇਸਟ ਐਂਡ ਪ੍ਰੈਫਰੈਂਸਿਸ। ਸੋ ਬ੍ਰਿਟਿਸ਼ ਜਿਹੜੇ ਆਏ ਸਾਡੇ ਦੇਸ਼ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਸਾਡੇ ਰਹਿਣ ਸਹਿਣ 'ਤੇ, ਸਾਡੇ ਟੇਸਟ ਸਾਡੇ ਪ੍ਰੈਫਰੈਂਸਿਸ ਨੂੰ ਚੇਂਜ ਕੀਤਾ। ਸੋ ਉਹਨਾਂ ਨੇ ਸਾਡਾ ਕਲਚਰ ਚੇਂਜ ਕਰ ਦਿੱਤਾ। ਅਸੀਂ ਕੀ ਕਰਦੇ ਹਾਂ ਹੁਣ ਬ੍ਰਾਂਡਡ ਵਸਤੂਆਂ ਖਰੀਦਣੀਆਂ ਪਸੰਦ ਕਰਦੇ ਹਾਂ ਜਿਹੜੀਆਂ ਕਿ ਸਾਡੇ ਦੇਸ਼ ਵਿੱਚ ਵਸਤੂਆਂ ਬਣੀਆਂ ਹੋਣ, ਨੈਸ਼ਨਲ ਸਾਡੀਆਂ ਵਸਤੂਆਂ ਹੋਣ ਆਪਣੀਆਂ ਦੇਸ਼ ਦੀਆਂ, ਉਹਨਾਂ ਨੂੰ ਅਸੀਂ ਖਰੀਦਣਾ ਪਸੰਦ ਨਹੀਂ ਕਰਦੇ। ਸੋ ਇਹ ਸਾਡੇ ਕਿਹਦੇ ਵਿੱਚ ਆ ਗਿਆ ਕਿ ਹੈਂਡੀਕ੍ਰਾਫਟ, ਲੋਕੀ ਹੱਥ ਦੀਆਂ ਬਣੀਆਂ ਚੀਜ਼ਾਂ ਨੂੰ ਛੱਡ ਕੇ ਮਸ਼ੀਨ ਦੀਆਂ ਵਸਤੂਆਂ ਨੂੰ ਪਸੰਦ ਕਰਨ ਲੱਗ ਪਏ। ਸੋ ਚੇਂਜ ਇਨ ਦਾ ਟੇਸਟ ਐਂਡ ਪ੍ਰੈਫਰੈਂਸਿਸ ਪੁਆਇੰਟ ਦੇ ਵਿੱਚ ਅਸੀਂ ਕਰਾਂਗੇ। ਫੋਰਥ ਫਾਲ ਇਨ ਦਾ ਇਨਕਰੇਜਮੈਂਟ ਆਫ ਇੰਡੀਅਨ ਹੈਂਡੀਕ੍ਰਾਫਟਸ। ਹੁਣ ਨਾ ਤਾਂ ਉਹਨਾਂ ਦੇ ਕੋਈ ਵਸਤੂ ਖਰੀਦਣਾ ਪਸੰਦ ਕਰੇਗਾ ਤੇ ਨਾ ਹੀ ਉਹਦੀ ਕੋਈ ਵੈਲਿਊ ਰਹੇਗੀ। ਸੋ ਉਹਦੇ ਕਾਰਨ ਕੀ ਹੈ ਉਹ ਲੋਕਾਂ ਦੇ ਵਿੱਚ ਕੀ ਹੋ ਗਿਆ ਡਿਸਇਨਕਰੇਜ ਹੋ ਗਏ ਉਹ। ਠੀਕ ਹੈ। ਇਨਕਰੇਜਮੈਂਟ ਮਤਲਬ ਉਹਨਾਂ ਦੇ ਵਿੱਚ ਕੋਈ ਉਤਸ਼ਾਹ ਨਹੀਂ ਰਿਹਾ। ਹੁਣ ਉਹ ਕੀ ਹੈ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਹ ਸਾਡੀ ਕਿਹਦੇ ਵਿੱਚ ਆ ਗਈ ਸਿਸਟੇਮੈਟਿਕ ਡੀਸੈਂਟਰਲਾਈਜੇਸ਼ਨ ਦੇ ਵਿੱਚ। ਡਿਕੇ ਆਫ ਇੰਡੀਜੀਨੀਅਸ ਹੈਂਡੀਕ੍ਰਾਫਟ, ਸਾਡੇ ਹੱਥ ਨਾਲ ਬਣੇ ਗਏ ਕੰਮ ਦਾ
ਕੀ ਹੋ ਗਿਆ, ਪਤਨ ਹੋ ਗਿਆ। ਸੈਕਿੰਡ ਇਹਦੇ ਵਿੱਚ ਇਹ ਦੋ ਪਾਲਿਸੀਆਂ ਦੇ ਅੰਡਰ ਆਉਂਦੀਆਂ ਸੀ ਨਾ। ਸੈਕਿੰਡ ਆ ਗਈ ਸਲੋ ਗਰੋਥ ਆਫ ਮਾਡਰਨ ਇੰਡਸਟਰੀ। ਸਾਡੀ ਜਿਹੜੀ ਮਾਡਰਨ ਇੰਡਸਟਰੀ ਹੈ ਉਹਦੀ ਗਰੋਥ ਕੀ ਹੈ, ਸਲੋ ਆ, ਠੀਕ ਹੈ। ਉਹਦੇ ਕਾਰਨ ਕੀ ਹੈ, ਲੌਪਸਾਈਡਡ ਗਰੋਥ ਆਫ ਇੰਡਸਟਰੀਜ਼, ਕਿ ਇੰਡਸਟਰੀ ਸਾਡੇ ਦੇਸ਼ ਵਿੱਚ ਹੈਵੀ ਇੰਡਸਟਰੀਜ਼ ਦੀ ਬਹੁਤ ਘਾਟ ਸੀ, ਜਿਵੇਂ ਕਿ ਸਟੀਲ, ਆਇਰਨ, ਸਿਰਫ 2 ਇੰਡਸਟਰੀ ਸਾਡੇ ਦੇਸ਼ ਦੇ ਵਿੱਚ ਹੈਗੀਆਂ ਸੀ। ਦੂਸਰੇ ਨੰਬਰ ਤੇ ਲੈਕ ਆਫ ਕੈਪੀਟਲ ਗੁੱਡ ਇੰਡਸਟਰੀਜ਼, ਕੈਪੀਟਲ ਗੁੱਡ ਇੰਡਸਟਰੀਜ਼ ਦੀ ਸਾਡੇ ਦੇਸ਼ ਵਿੱਚ ਘਾਟ ਸੀ। ਕੈਪੀਟਲ ਗੁੱਡ ਇੰਡਸਟਰੀ ਜਿੱਥੇ ਮਸ਼ੀਨਸ ਵਗੈਰਾ, ਇਕਵਿਪਮੈਂਟਸ ਵਗੈਰਾ ਤਿਆਰ ਹੁੰਦੇ ਆ, ਉਹ ਸਾਡੇ ਦੇਸ਼ ਵਿੱਚ ਪ੍ਰਾਪਤ ਨਹੀਂ ਹੁੰਦੀਆਂ ਸੀ। ਥਰਡ ਸਾਡੇ ਕੋਲ ਆ ਗਿਆ ਲੋਅਰ ਕੰਟਰੀਬਿਊਸ਼ਨ ਟੂ ਜੀਡੀਪੀ। ਹੁਣ ਜੀਡੀਪੀ ਦੇ ਵਿੱਚ ਇੰਡਸਟਰੀਅਲ ਸੈਕਟਰ ਦੀ ਕੰਟਰੀਬਿਊਸ਼ਨ ਲੋ ਇਸ ਕਰਕੇ ਸੀ ਕਿਉਂਕਿ ਸਾਡੇ ਦੇਸ਼ ਤੋਂ ਰॉ ਮਟੀਰੀਅਲ ਖਰੀਦ ਕੇ ਸਾਨੂੰ ਫਿਨਿਸ਼ ਪ੍ਰੋਡਕਟ ਦਿੱਤੇ ਜਾਂਦੇ ਸੀ, ਠੀਕ ਹੈ। ਸੋ ਫਿਨਿਸ਼ ਪ੍ਰੋਡਕਟ ਦੀ ਵੈਲਿਊ ਹੀ ਉਹਦੇ ਵਿੱਚ ਐਡ ਹੁੰਦੀ ਹੈ, ਇਸ ਕਰਕੇ ਉਹ ਵੈਲਿਊ ਐਡ ਨਹੀਂ ਸੀ ਹੁੰਦੀ, ਤੇ ਜੀਡੀਪੀ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਕੀ ਸੀ, ਨਾ ਦੇ ਬਰਾਬਰ ਸੀ, ਠੀਕ ਹੈ। ਫੋਰਥ ਲਿਮਿਟਡ ਏਰੀਆ ਆਫ ਆਪਰੇਸ਼ਨ ਆਫ ਦਾ ਪਬਲਿਕ ਸੈਕਟਰ। ਹੁਣ ਪਬਲਿਕ ਸੈਕਟਰ ਦੇ ਸਾਡੇ ਜਿਹੜੇ ਹੈਗੇ ਸੀ, ਪਬਲਿਕ ਸੈਕਟਰ ਜਿਹਦੇ ਵਿੱਚ ਆਉਂਦੇ ਆ ਰੇਲਵੇ, ਠੀਕ ਹੈ, ਰੋਡਸ ਵਗੈਰਾ, ਉਹ ਕੀ ਹੈ ਸਾਡੇ ਦੇਸ਼ ਵਿੱਚ ਡਿਵੈਲਪਮੈਂਟ ਪੂਰੀ ਨਹੀਂ ਸੀ। ਸੋ ਰੇਲਵੇ ਦਾ ਕੋਈ ਪੂਰਾ ਨਹੀਂ ਸੀ, ਜਿੱਥੇ ਬ੍ਰਿਟਿਸ਼ ਨੂੰ ਲੋੜ ਸੀ ਉਹਨਾਂ ਨੇ ਉੱਥੇ ਰੇਲਵੇ ਲਾਈਨਾਂ ਵਿਛਾਈਆਂ ਸੀ, ਬਾਕੀ ਕਿਸੇ ਜਗ੍ਹਾ ਨੂੰ ਡਿਵੈਲਪ ਨਹੀਂ ਸੀ ਕੀਤਾ, ਜਿਹਦੇ ਕਾਰਨ ਕੀ ਆ, ਏਰੀਆ ਲਿਮਿਟਡ ਹੋਣ ਕਰਕੇ ਅਸੀਂ ਡਿਵੈਲਪਮੈਂਟ ਨਹੀਂ ਕਰ ਸਕੇ। ਇਹ ਸਾਡਾ ਇੰਡਸਟਰੀ ਦੀ ਪੂਰੀ ਸਟੇਟ ਸੀ ਕਿ ਇੰਡਸਟਰੀ ਦੇ ਕੀ ਹਾਲਾਤ ਸੀ। ਪਹਿਲੇ ਅਸੀਂ ਕੀ ਕੀਤਾ, ਐਗਰੀਕਲਚਰ, ਫਿਰ ਅਸੀਂ ਕੀਤਾ ਇੰਡਸਟਰੀ, ਠੀਕ ਹੈ। ਅੱਜ ਦਾ ਟੌਪਿਕ ਇੱਥੇ ਖਤਮ ਹੁੰਦਾ ਹੈ। ਕੱਲ ਅਸੀਂ ਕਰਾਂਗੇ ਫੋਰਨ ਟ੍ਰੇਡ, ਡੈਮੋਗ੍ਰਾਫੀ ਕਿੱਦਾਂ ਹੈ, ਤੇ ਸਾਡਾ ਇਨਫਰਾਸਟ੍ਰਕਚਰ ਕਿਸ ਤਰ੍ਹਾਂ। ਇਹ ਕੱਲ ਅਸੀਂ ਇਹਦੇ ਹਾਲਾਤ ਪੜਾਂਗੇ, ਠੀਕ ਹੈ ਬੇਟਾ। ਥੈਂਕ ਯੂ।